जी बड़े औखे परचे पाउंदा लीली छत वाला, लीली छत वाला औखे परचे पाउंदा वाला लीली छत वाला, बड़े औखे परचे पाउंदा लीली छत वाला, लीली छत वाला औखे परचे पाउंदा लीली छत वाला, लीली छत वाला औखे परचे पाउंदा वाला लीली छत वाला, बड़े औखे परचे पाउंदा लीली छत वाला, लीली छत वाला बड़े औखे परचे पाउंदा लीली छत वाला, लीली छत वाला बड़े औखे परचे पाउंदा लीली छत वाला, लीली छत वाला परचे पाउंदा लीली छत वाला, लीली छत वाला बोलो भाई बड़े परचे पाउंदा लीली छत वाला, लीली छत वाला परचे पाउंदा लीली छत वाला, लीली छत वाला बड़े औखे परचे पाउंदा लीली छत वाला, लीली छत वाला कबीर कसौटी राम की उठाड़ के न कोई, राम कसौटी सोस जो मार जीवा हो। परम सत्कारयोग गुरां की साजी ते निवाजी साध संगत जी, सर्वमाई पाई ਅੰਮ੍ਰਿਤ ਵੇਲੇ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਨ ਵਾਸਤੇ ਗੁਰੂ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਕਰਨ ਵਾਸਤੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਚੰਗੇ ਭਾਗ ਹਨ ਸਾਡੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਆ ਕੇ ਜੁੜ ਕੇ ਬੈਠ ਕੇ ਮਿਲ ਕੇ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਬਣਾਉਂਦੇ ਹਨ। ਕਿਉਂਕਿ ਅੱਜ ਕਲਯੁਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ। ਕਲ ਕਲੇਸ਼ ਦਾ ਨਾਮ ਹੀ ਕਲਯੁਗ ਹੈ। ਅੱਜ ਉਹ ਘਰ ਕਿਹੜਾ ਹੋਣਾ ਹੈ ਜਿੱਥੇ ਵੀ 12 ਘੰਟਿਆਂ ਵਿੱਚ ਇੱਕ ਵਾਰੀ ਨਾ ਕਲਯੁਗ ਆਉਂਦਾ ਹੋਵੇ। ਕਿਤੇ ਕਿਹੜੇ ਰੂਪ ਵਿੱਚ ਆ ਜਾਂਦਾ, ਕਿਤੇ ਕਿਹੜੇ ਰੂਪ ਵਿੱਚ ਆ ਜਾਂਦਾ। ਕਿਉਂਕਿ ਅਜੇ ਤਾਂ ਮਰਜ਼ ਕਹਿਣ ਲੱਗੇ ਕਲਯੁਗ ਦੀ ਉਮਰ ਬਹੁਤ ਪਈ ਹੈ, ਅਜੇ ਤਾਂ ਬਹੁਤ ਛੋਟਾ ਹੀ ਹੈ। ਇਸ ਕਰਕੇ ਜਦੋਂ ਜਦੋਂ ਫਿਰ ਇਹ ਵੱਡਾ ਹੁੰਦਾ ਗਿਆ ਆਪਣੇ ਕਾਰੇ ਵਿਖਾਉਂਦਾ ਜਾਊਗਾ। ਅੱਜ ਦੇਖ ਲਓ ਹੁਣ ਦਿਖਾ ਰਿਹਾ ਹੈ। ਮਰਜ਼ ਕਹਿਣ ਲੱਗੇ ਇਸ ਕਲਯੁਗ ਤੋਂ ਬਚਣ ਵਾਸਤੇ ਇੱਕੋ ਇੱਕ ਪਰਮਾਤਮਾ ਦਾ ਉਹ ਨਾਮ ਹੈ, ਸੇਵਾ ਹੈ, ਇੱਕ ਸਿਮਰਨ ਹੈ। ਇਸ ਕਰਕੇ ਕਲਯੁਗ ਦੇ ਸਮੇਂ ਵਿੱਚ ਮਹਾਰਾਜ ਜੀ ਕਹਿਣ ਲੱਗੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੁਤ ਨਾਹੀ ਮਤ ਭਰਮ ਭੂਲੋ ਭੂਲੋ। ਮਹਾਰਾਜ ਜੀ ਕਹਿੰਦੇ ਕਲਯੁਗ ਆ ਗਿਆ, ਇਹ ਤੋਂ ਬਚਣਾ ਹੈ। ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਲਯੁਗ ਮਿਲਿਆ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ, ਉੱਥੇ ਆਪਣਾ ਭਿਆਨਕ ਰੂਪ ਵਿਖਾਇਆ ਮਹਾਰਾਜ ਜੀ ਨੇ।
ਜਿਹਦਾ ਆਕਾਸ਼ ਵਿੱਚ ਸਿਰ ਲੱਗਿਆ ਹੋਇਆ, ਪਤਾਲ ਵਿੱਚ ਪੈਰ ਨੇ। ਇਹੋ ਜਿਹਾ ਭਿਆਨਕ ਰੂਪ ਜਿਹੜਾ ਧਾਰਨ ਕਰਿਆ ਹੋਇਆ ਹੈ। ਹੱਥ ਵਿੱਚ ਆਪਣੀ ਵੱਡੀ ਸਾਰੀ ਜੀਭ ਫੜੀ ਹੋਈ ਹੈ। ਭਾਈ ਮਰਦਾਨਾ ਜੀ ਦੇਖ ਕੇ ਡਰ ਗਿਆ। ਸੱਚੇ ਪਾਤਸ਼ਾਹ ਕੀ ਬੁਲਾਇਆ? ਮਹਾਰਾਜ ਕਹਿੰਦੇ ਕਿ ਕਲਯੁੱਗ ਹੈ। ਪਹਿਲਾਂ ਭਾਵੇਂ ਆਪਣੇ ਸਾਰੇ ਰੰਗ ਦਿਖਾਏ ਉਸ ਕਲਯੁੱਗ ਨੇ। ਅੱਗ ਦੀ ਵਰਖਾ ਕਰੀ, ਤੱਤੀ ਰੇਤ ਦੀ ਵਰਖਾ ਕਰੀ। ਜਦੋਂ ਇਹ ਰੂਪ ਦਿਖਾਇਆ, ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਰੂਪ ਕਿਹੜਾ? ਮਹਾਰਾਜ ਜੀ ਕਹਿਣ ਲੱਗੇ, ਅਸਲ ਰੂਪ ਹੈ ਇਹਦਾ ਕਲਯੁੱਗ ਦਾ। ਕਲਯੁੱਗ ਦਾ ਇੰਨਾ ਭਿਆਨਕ ਸਮਾਂ ਆ ਜਾਣਾ, ਲੋਕ ਰਸਾਂ ਤੇ ਕਸਾਂ ਦੇ ਵਿੱਚ ਫਸ ਜਾਣਗੇ। ਦੋ ਚੀਜ਼ਾਂ ਨੇ, ਰਸ ਤੇ ਕਸ। ਇੱਕ ਆਪਣੀ ਜੀਭਾ ਦੇ ਸਵਾਦ ਦੇ ਵਿੱਚ ਫਸ ਜਾਣਗੇ, ਇੱਕ ਵਿਸ਼ੇ ਵਿਕਾਰਾਂ ਦੇ ਭੋਗ ਵਿੱਚ ਫਸ ਜਾਣਗੇ। ਸੱਚੇ ਪਾਤਸ਼ਾਹ ਇਹ ਤਾਂ ਬੜਾ ਭਿਆਨਕ ਰੂਪ ਹੈ। ਮਹਾਰਾਜ ਜੀ ਕਹਿਣ ਲੱਗੇ, ਹਾਂ ਇਹਦਾ ਭਿਆਨਕ ਰੂਪ ਹੈ। ਇਹ ਤੋਂ ਬਚਾ ਕਿਵੇਂ ਜਾਊਗਾ? ਕਹਿੰਦੇ ਇਸ ਤਰ੍ਹਾਂ, ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਨੇ, ਉਹਦੇ ਵਿੱਚ ਬੀਬੀਆਂ ਭੈਣਾਂ ਇੱਕ ਹੱਥ ਨਾਲ ਦਾਣੇ ਪਾਉਂਦੀਆਂ, ਇੱਕ ਹੱਥ ਨਾਲ ਚੱਕੀ ਨੂੰ ਘੁਮਾਉਂਦੀਆਂ ਨੇ। ਜਿਹੜੇ ਦਾਣੇ ਕਿਲੀ ਦੇ ਕੋਲ ਲੱਗ ਗਏ ਉਹ ਬਚ ਜਾਂਦੇ ਨੇ, ਜਿਹੜੇ ਵਿਚਾਲੇ ਆ ਗਏ ਉਹ ਦਰੜ ਕਰ ਦਿੰਦੀ ਹੈ ਚੱਕੀ, ਪੀ ਕੇ ਉਹਨਾਂ ਨੂੰ ਬਰੀਕ ਕਰ ਦਿੰਦੀ ਹੈ, ਆਟਾ ਬਣਾ ਦਿੰਦੀ ਹੈ ਭਾਵ। ਤੇ ਕਲਯੁੱਗ ਦਾ ਸਮਾਂ ਇੰਨਾ ਭਿਆਨਕ ਆ ਜਾਣਾ, ਜਿਹੜੇ ਪਰਮਾਤਮਾ ਦੇ ਨਾਲ ਮਨੁੱਖ ਜੁੜਿਆ ਹੋਇਆ, ਕੋਈ ਕਿਤੇ ਵੀ ਜੁੜਿਆ, ਆਪਣੇ ਆਪਣੇ ਧਰਮ ਕੀ ਸਭੈ ਮਨਾਵੈ ਟੇਕ, ਉਹਨਾਂ ਦਾ ਭਲਾ ਹੋ ਜਾਣਾ ਹੈ। ਬਾਕੀ ਇਸ ਤਰ੍ਹਾਂ ਜਿਵੇਂ ਚੱਕੀ ਦੇ ਦੋ ਪੁੜ ਇਹਨਾਂ ਦੇ ਵਿਚਾਲੇ ਆ ਕੇ ਮਨੁੱਖ ਪੀਸਿਆ ਜਾਣਾ ਹੈ। ਇਸ ਕਰਕੇ ਅੱਜ ਦੇਖੋ ਕਿੰਨਾ ਕਲਯੁੱਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ। ਕਿਵੇਂ ਲੋਕ ਤੜਫ ਰਹੇ ਨੇ, ਕੋਈ ਬਿਮਾਰੀ ਨਾਲ, ਕੋਈ ਕਾਸੇ ਨਾਲ, ਕੋਈ ਕਾਸੇ ਨਾਲ। ਅੱਜ ਮਨੁੱਖ ਦੇਖੋ ਕਿੰਨੇ ਦੁਖੀ ਨੇ। ਵਿਦਵਾਨ ਲਿਖਦਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ। ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਦਾ ਦਾਸ। ਕਹਿੰਦੇ ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਵੀ ਦੁਖੀ ਹੈ। ਜਿਹਦੇ ਕੋਲੇ ਥੋੜਾ ਧਨ ਆ ਉਹ ਵੀ ਦੁਖੀ ਆ। ਉਹ ਕਹਿੰਦਾ ਇੱਧਰੋਂ ਵੀ ਲਿਆਈਏ, ਇੱਧਰੋਂ ਵੀ ਲਿਆਈਏ, ਇੱਧਰੋਂ ਵੀ ਲਿਆਈਏ। ਮਹਾਰਾਜ ਜੀ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕਹਿੰਦੀ ਹੈ, ਉਹਨਾਂ ਮਨੁੱਖਾਂ ਨੂੰ ਪੁੱਛੋ ਵੀ ਤੁਹਾਡੇ ਕੋਲੇ ਧਨ ਤਾਂ ਬਹੁਤ ਹੈ, ਤੁਸੀਂ ਦੁਖੀ ਕਿਉਂ? ਪੁਰਾਣੇ ਸਮੇਂ ਵਿੱਚ ਇਹ ਕਿਹਾ ਜਾਂਦਾ ਸੀ ਵੀ ਬਿਰਲਾ ਟਾਟਾ ਵਰਗੇ ਉਹ ਸਭ ਤੋਂ ਅਮੀਰ ਬੰਦੇ ਨੇ। ਅੱਜ ਵਾਨੀ ਡਾਨੀ ਬਹੁਤੇ ਅਮੀਰ ਬੰਦੇ ਨੇ। ਪਰ ਇਸ ਤਰ੍ਹਾਂ ਜਿਵੇਂ ਅਸੀਂ ਹੱਥ 'ਤੇ ਧਰ ਕੇ ਪ੍ਰਸ਼ਾਦਾ ਛਕਦੇ ਹਾਂ, ਬੇਫਿਕਰ ਹੋ ਕੇ ਤੁਰਦੇ ਫਿਰਦੇ ਹਾਂ, ਇਸ ਤਰ੍ਹਾਂ ਨਹੀਂ ਉਹ ਫਿਰ ਸਕਦੇ। ਕਿਉਂਕਿ ਫਿਰ ਗੁਰਬਾਣੀ ਝੂਠ ਹੁੰਦੀ ਹੈ। ਗੁਰਬਾਣੀ ਕਹਿੰਦੀ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿਹਦੇ ਕੋਲੇ ਬਹੁਤਾ ਧਨ ਹੈ ਉਹਨੂੰ ਚਿੰਤਾ ਖਾਈ ਜਾਂਦੀ ਹਰ ਵਕਤ। ਚਿੰਤਾ ਚਿਖਾ ਬਰਾਬਰੀ ਮਨ ਦੀ ਮਾਰੇ ਮਤ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਬਾਲੇ ਵਾਲਾ ਜਿਹੜਾ ਧਨ ਵਾਲਾ ਉਹ ਕਹਿੰਦੇ ਮੈਂ ਰੱਖਾਂ ਕਿੱਥੇ, ਥੋੜੇ ਵਾਲਾ ਕਹਿੰਦਾ ਮੈਂ ਲਿਆਵਾਂ ਕਿੱਥੋਂ। ਪਰ ਹੁਣ ਇਹਦੇ ਵਿੱਚ ਸੁਖੀ ਕੌਣ ਹੈ? ਮਹਾਰਾਜ ਜੀ ਕਹਿੰਦੇ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਜਿਹਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਕਹਿੰਦਾ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਕਹਿੰਦੇ ਕਈ ਵਾਰੀ ਧਨ ਆ ਜਾਂਦਾ, ਧਨ ਨਾਲ ਨਹੀਂ ਸੁੱਖ ਮਿਲਦੇ ਹੈ। ਸੁੱਖ ਕਾਹਦੇ ਨਾਲ ਮਿਲਦੇ ਨੇ? ਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਨੇ। ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਧਨ ਦੇ ਨਾਲ ਸੁੱਖ ਨਹੀਂ, ਬਹੁਤੇ ਗਹਿਣੇ ਭੂਸ਼ਣ ਉਹਨਾਂ ਨਾਲ ਸੁੱਖ ਨਹੀਂ ਖਰੀਦੇ ਜਾ ਸਕਦੇ। ਸੁੱਖ ਤਾਂ ਇੱਕੋ ਥਾਂ ਤੇ ਮਿਲ ਸਕਦਾ ਹੈ। ਸੁੱਖ ਸਤਿਗੁਰ ਸ਼ਰਣੀ ਨੀ ਜਿੰਦੜੀਏ, ਹੋਰ ਕਿਤੇ ਸੁੱਖ ਨਹੀਂ। ਸੁੱਖ ਸਤਿਗੁਰ ਸ਼ਰਣੀ ਨੀ ਜਿੰਦੜੀਏ, ਹੋਰ ਕਿਤੇ ਸੁੱਖ ਨਹੀਂ। ਸਤਿਗੁਰ ਸ਼ਰਣੀ ਜਿੰਦੜੀਏ, ਹੋਰ ਕਿਤੇ ਸੁੱਖ ਨਹੀਂ। ਸੁਖ ਸਤਿਗੁਰ ਸ਼ਰਣੀ ਨੀ ਜਿੰਦੜੀਏ, ਹੋਰ
किते सुख नाही। सरनी जी जंदड़िए होर किते सुख नाही। सुख सतगुर सरनी जी जंदड़िए होर किते सुख नाही। ਮਹਾਰਾਜ ਜੀ ਕਹਿੰਦੇ ਜੋ ਸੁਖ ਕੋ ਚਾਹੈ ਸਦਾ। ਹੁਣ ਸਮਾਂ ਉਹ ਆ ਗਿਆ ਜਿਹੜੇ ਮਹਾਰਾਜ ਜੀ ਨੇ 24 ਅਵਤਾਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ ਜਿਹੜੀ ਵਰਣਨ ਕਰੀ ਹੈ 10ਵੇਂ ਗ੍ਰੰਥ ਵਿੱਚ। ਉਹ ਸਮਾਂ ਆ ਗਿਆ, ਮਹਾਰਾਜ ਜੀ ਦਾ ਇੱਕੋ ਹੀ ਅਵਤਾਰ ਰਹਿੰਦਾ। ਉਹ ਅਵਤਾਰ ਦਾ ਨਾਮ ਹੈ ਕਲਕੀ ਅਵਤਾਰ ਕਹਾਵੇਂਗੇ, ਹਰ ਜੂ ਹਰ ਮੰਦਰ ਆਵੇਂਗੇ। ਇਸ ਕਰਕੇ ਗੁਰੂ ਜੀ ਫਰਮਾਨ ਕਰਦੇ ਹਨ, ਜਬ ਜਬ ਹੋਏ ਧਰਮ ਗਲਾਨੀ ਤਬ ਧਰ ਆਏ ਅਵਤਾਰ ਮਹਾਨੀ। ਜਦੋਂ ਇਸ ਤਰ੍ਹਾਂ ਪਾਪ ਅਤਿਆਚਾਰ ਬਹੁਤਾ ਹੋਣ ਲੱਗ ਜਾਵੇ, ਗਰੀਬ ਲੋਕਾਂ ਦੇ ਨਾਲ ਧੱਕਾ ਹੋਣ ਲੱਗ ਜਾਵੇ, ਉਸ ਗਊ ਤੇ ਗਰੀਬ ਦੀ ਨਰਾਦਰੀ ਹੋਣ ਲੱਗ ਜਾਵੇ, ਫਿਰ ਅਕਾਲ ਪੁਰਖ ਨੂੰ ਆਪਣਾ ਰੂਪ ਧਾਰਨ ਕਰਕੇ ਆਉਣਾ ਪੈਂਦਾ ਹੈ। ਇਸ ਕਰਕੇ ਹੈ ਤਾਂ ਅੱਜ ਵੀ, ਪਰ ਪਛਾਣ ਨਹੀਂ ਹੈ ਸਾਨੂੰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਅੱਜ ਵੀ ਸਾਡੇ ਕੋਲੇ ਨੇ, ਪਰ ਅਸੀਂ ਤਾਂ ਉਦੋਂ ਗੁਰੂ ਤੋਂ ਕੰਮ ਲੈਂਦੇ ਹਾਂ, ਕਾਮ ਪਰੇ ਤੇ ਸਿਮਰੀ ਐਸਾ ਸਿਮਰੋ ਨਿਤ। ਜਦੋਂ ਕਿਤੇ ਕੰਮ ਮੜ ਜਾਵੇ, ਉਹ ਆਪਾਂ ਤਾਂ ਉਦੋਂ ਦਾ ਸੁੱਖਿਆ ਹੋਇਆ ਸੀ ਪਾਠ, ਹੁਣ ਤਾਂ ਕਰਾ ਦਈਏ, ਉਦੋਂ ਦਾ ਸੁੱਖਿਆ ਹੋਇਆ ਸੀ ਹੁਣ ਕਰਾ ਦਈਏ ਪਾਠ। ਪਰ ਮਹਾਰਾਜ ਜੀ ਕਹਿਣ ਲੱਗੇ ਧੰਨ ਨੇ ਜਿਹੜੇ ਸੇਵਾ ਤੇ ਸਿਮਰਨ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਆ। ਅੱਜ ਭਾਈ ਲਾਲਾ ਸੇਵਾ ਕਰਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੀ ਜਲ ਲਿਆਉਂਦਾ ਹੈ। 1 ਮਹੀਨਾ 2 ਮਹੀਨੇ 3 ਮਹੀਨੇ ਲਗਾਤਾਰ। ਮੈਂ ਕੱਲ੍ਹ ਅਰਜ਼ ਕਰ ਰਿਹਾ ਸੀ, ਜਿੱਥੇ ਆਪਾਂ ਇੱਕ ਥਾਂ ਦੇ ਉੱਤੇ ਘੜਾ ਧਰਦੇ ਜਾਈਏ, ਉਸ ਥਾਂ ਦੇ ਉੱਤੇ ਵੀ ਉਹ ਟੋਆ ਪੈ ਜਾਂਦਾ ਹੈ, ਜਿੱਥੇ ਲੋਹੇ ਦੀ ਗਾਗਰ ਸਿਰ ਉੱਤੇ ਘਸਦੀ ਹੋਵੇ ਹਰ ਵਕਤ। ਭਾਈ ਲਾਲੇ ਦੇ 3 ਮਹੀਨੇ ਜਿਹੜੀ ਉਹ ਗਾਗਰ ਜਿਹੜੀ ਘਸਦੀ ਰਹੀ। ਗੁਰੂ ਅਮਰਦਾਸ ਮਹਾਰਾਜ ਨੇ ਇਸੇ ਗਾਗਰ ਦੇ ਨਾਲ 12 ਸਾਲ ਜਲ ਢੋਇਆ, 12 ਸਾਲ। ਅੱਜ ਜਾ ਕੇ ਦੇਖੋ ਖੰਡੂਰ ਸਾਹਿਬ ਦੀ ਧਰਤੀ ਉੱਤੇ, ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਜਾ ਕੇ ਦੇਖੋ, ਇਤਿਹਾਸ ਉੱਥੇ ਸਾਡਾ ਜੰਮਦਾ ਜਾਗਦਾ। 60 ਸਾਲ ਦੀ ਉਮਰ ਦੇ ਵਿੱਚ ਬਜ਼ੁਰਗ ਬਾਬੇ ਨੇ ਸਿਰ ਤੇ ਗਾਗਰ ਚੁੱਕ ਕੇ 12 ਸਾਲ ਲਗਾਤਾਰ ਕਰੀ। 60 ਤੋਂ ਸ਼ੁਰੂ ਕੀਤਾ ਤੇ 72 ਸਾਲ ਦੇ ਹੋ ਗਏ ਅੱਜ। 12 ਸਾਲ ਲਗਾਤਾਰ ਸੇਵਾ ਕਰਦਿਆਂ ਇੱਕ ਸਰੋਪਾ 1 ਸਾਲ ਬਾਅਦ ਮਿਲਦਾ, ਸਿਰ ਤੇ ਬੰਨ੍ਹ ਲੈਂਦੇ ਨੇ। 1 ਸਾਲ ਵਿੱਚ ਇੱਕੋ ਹੀ ਸਰੋਪਾ, 12 ਸਰੋਪੇ ਹੋ ਗਏ। ਜਲ ਪਈ ਜਾਂਦਾ ਸਿਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ, ਤੇ ਕਿਰਮ ਵੀ ਚੱਲ ਪਏ, ਸਿਰ ਦੇ ਵਿੱਚ ਕਿਰਮ ਪੈਣੇ ਸ਼ੁਰੂ ਹੋ ਗਏ। ਅੱਜ ਇੱਧਰ ਭਾਈ ਲਾਲਾ ਸੇਵਾ ਕਰਦਾ ਹੈ ਤੇ ਲਿਆ ਜਲ ਛਕਾਉਂਦਾ ਹੈ, ਜਲ ਸੰਗਤਾਂ ਵਾਸਤੇ ਇਸ਼ਨਾਨ ਕਰਨ ਵਾਸਤੇ ਦਿਨ ਰਾਤ ਇੱਕ ਕਰਿਆ ਪਿਆ। ਇਹ ਨਹੀਂ ਹੈ ਵੀ ਘੰਟਾ ਕਿ ਚਲੋ ਭਰ ਦਿੰਦੇ ਹਾਂ 5-4 ਘੜੇ, ਫਿਰ ਆਰਾਮ ਕਰ ਲਾਂਗੇ, ਸੌਂ ਜਾਵਾਂਗੇ, ਨਹੀਂ। ਬਸ ਜਦੋਂ ਮੈਂ ਕੱਲ੍ਹ ਅਰਜ਼ ਕਰੀ ਸੀ, ਜਦੋਂ ਕਿਤੇ ਮਾੜਾ ਮੋਟਾ ਨੀਂਦ ਦਾ ਝੂਟਾ ਆਉਂਦਾ, ਕਿਸੇ ਦਰਖਤ ਨਾਲ ਲੱਗ ਕੇ ਖੜ ਜਾਂਦਾ ਭਾਈ ਲਾਲਾ, ਨੀਂਦ ਪੂਰੀ ਹੋ ਜਾਂਦੀ ਹੈ ਤੇ ਅੱਗੇ ਫੇਰ ਚੱਲ ਪੈਂਦਾ। ਹੱਥ ਵਿੱਚ ਪ੍ਰਸ਼ਾਦੇ ਫੜ ਲੈਂਦਾ, 2 ਪ੍ਰਸ਼ਾਦੇ ਹੱਥ ਵਿੱਚ ਫੜੇ ਤੇ ਜਾਂਦਾ ਹੀ ਛਕ ਲੈਂਦਾ, ਫਿਰ ਗਾਗਰ ਭਰ ਲਿਆਉਂਦਾ ਤੇ ਮੈਂ ਗੁਰੂ ਜੀ ਦੀ ਖੁਸ਼ੀ ਲੈਣੀ ਹੈ, ਮੈਨੂੰ ਗੁਰੂ ਕਿਸੇ ਲੋਟ ਖੁਸ਼ੀ ਦੇ ਦੇਵੇ। ਅੱਜ ਬਹੁਤਾ ਸਮਾਂ ਹੋ ਗਿਆ, 4 ਮਹੀਨੇ ਪੂਰੇ ਗਏ। ਚਮੱਸਾ 4 ਮਹੀਨਿਆਂ ਦਾ ਹੁੰਦਾ, 4 ਮਹੀਨੇ ਪੂਰੇ ਹੋ ਗਏ। ਗੁਰੂ ਜੀ ਨੇ ਕਿਹਾ ਭਾਈ ਹੁਣ ਸੰਗਤ ਦੀ ਸੇਵਾ ਬਹੁਤ ਹੋ ਗਈ, ਬੜੀ ਸੰਗਤ ਨੇ ਸੇਵਾ ਕਰੀ ਹੈ, ਭਾਈ ਲਾਲੇ ਨੇ ਬੜੀ ਸੇਵਾ ਕਰੀ ਹੈ, ਤੇ ਹੁਣ ਕਿਰਪਾ ਕਰ ਦਿਓ, ਸਾਨੂੰ ਛੁੱਟੀਆਂ ਦੇ ਦਿਓ, ਅਸੀਂ ਅੱਗੇ ਜਾ ਕੇ ਸੰਗਤ ਨੂੰ ਤਾਰਨਾ ਹੈ। ਸੰਗਤਾਂ ਦੇ ਵਿੱਚ ਬੜਾ ਵੈਰਾਗ ਹੈ, ਬੜੀਆਂ ਸੰਗਤਾਂ ਆ ਕੇ ਵੈਰਾਗ ਕਰਦੀਆਂ, ਸੱਚੇ ਪਾਤਸ਼ਾਹ ਹੁਣ ਤੁਸੀਂ ਜਾਣਾ ਹੈ? ਮਹਾਰਾਜ ਜੀ ਕਹਿਣ ਲੱਗੇ ਹਾਂ ਹੁਣ ਅਸੀਂ ਜਾਣਾ ਹੈ। ਧੁੱਪ ਥੋੜ੍ਹੀ ਜਿਹੀ ਨਿਕਲੀ, ਭਾਈ ਲਾਲਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਮਰਾ ਬਣਾਇਆ, ਉਹਦੇ ਵਿੱਚ ਬੈਠੇ ਨੇ ਮਹਾਰਾਜ, ਮਾਤਾ ਜੀ ਬੈਠੇ ਨੇ, ਮਾਤਾ ਗੁਜਰੀ ਜੀ, ਬੇਬੇ ਨਾਨਕੀ ਜੀ ਬੈਠੇ ਨੇ, ਮਾਤਾ ਨਾਨਕੀ ਜੀ ਕਿਹਾ ਜਾਂਦਾ ਜੀ, ਹੋਰ ਪਿਆਰੇ ਪਿਆਰੇ ਸਿੱਖ ਨੇ। ਭਾਈ ਲਾਲਾ ਉਸ ਕਮਰਿਆਂ ਦੇ ਪਿਛਲੇ ਪਾਸੇ ਬਹਿ ਗਿਆ ਤੇ ਬੈਠ ਕੇ ਭਾਈ ਲਾਲੇ ਨੇ ਜਦੋਂ ਆਪਣੇ ਸਿਰ ਦੇ ਜਿਹੜੀਆਂ ਦਸਤਾਰਾਂ ਹੌਲੀ ਹੌਲੀ ਕੱਲੀ ਕੱਲੀ ਕਰਕੇ ਲਾਹੀ ਨਾ, ਤੇ ਨਾਲ ਰੋਮ ਵੀ ਆ ਗਏ।
ਕੇਸ ਆ ਗਏ ਨਾਲ, ਕਹਿਣ ਤੋਂ ਭਾਵ ਜਿਹੜੇ ਕਿਰਮ ਨੇ ਨਾ ਉਹ ਥੱਲੇ ਡਿੱਗੀ ਜਾਂਦੇ ਨੇ। ਕੀੜੇ ਭਾਈ ਲਾਲੇ ਦੇ ਜਿਹੜੇ ਸਿਰ ਵਿੱਚ ਪਏ ਨੇ ਉਹ ਥੱਲੇ ਡਿੱਗੀ ਜਾਂਦੇ ਨੇ। ਭਾਈ ਲਾਲਾ ਚੁੱਕਦਾ ਫਿਰ ਆਪਣੇ ਸਿਰ ਵਿੱਚ, ਉਹਦੀ ਅਵਸਥਾ ਕਿੱਥੇ ਪਹੁੰਚ ਗਈ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਜਿਹਦੀ ਅਵਸਥਾ ਇੱਥੇ ਪਹੁੰਚ ਜਾਵੇ। ਤੇ ਗੁਰੂ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਕਹਿ ਦਿੱਤਾ, ਗਤ ਬ੍ਰਹਮ ਗਿਆਨੀ ਦੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਦੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਦੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਦੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਕੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਦੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਦੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕੀ ਪਿਆਰਿਓ ਬ੍ਰਹਮ ਗਿਆਨੀ ਜਾਣੈ, ਗਤ ਬ੍ਰਹਮ ਗਿਆਨੀ ਕੀ ਪਿਆਰਿਓ ਬ੍ਰਹਮ ਗਿਆਨੀ ਜਾਣੈ। ਸੇਵਾ ਤਾਂ ਸਭ ਨੇ ਕਰੀ, ਨਗਰ ਨੇ ਕੀਤੀ ਸੇਵਾ, ਸਾਰਾ ਨਗਰ, ਘਰ ਘਰ ਦਾ ਬੱਚਾ ਬੱਚਾ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਬੈਠਾ ਹੈ। ਕੋਈ ਪ੍ਰਸ਼ਾਦੇ ਦੀ ਸੇਵਾ ਕਰਦਾ ਹੈ, ਕੋਈ ਦੁੱਧ ਦੀ ਸੇਵਾ ਕਰਦਾ ਹੈ, ਕਿਸੇ ਨੇ ਬਿਸਤਰੇ ਲਿਆ ਕੇ ਦਿੱਤੇ, ਸੱਚੇ ਪਾਤਸ਼ਾਹ ਮਹਾਰਾਜ ਨੂੰ ਮਹਾਰਾਜ ਇਹਨਾਂ 'ਚ ਵਿਰਾਮ ਕਰੋ, ਕਿਸੇ ਨੇ ਕਾਸੇ ਦੀ ਸੇਵਾ ਕਰੀ, ਭਾਈ ਲਾਲੇ ਨੇ ਜਲ ਢੋਣ ਦੀ ਸੇਵਾ ਕਰੀ। ਇਸ ਕਰਕੇ ਕਈ ਇਤਿਹਾਸਾਂ ਵਿੱਚ ਫਿਰ ਜ਼ਿਕਰ ਵੀ ਮਿਲਦਾ ਹੈ ਵੀ ਉਹ ਸਾਡੀ ਬਰਾਦਰੀ ਹੈ, ਕਿਉਂਕਿ ਜਿਤਨੇ ਵੀ ਬਜ਼ੁਰਗ ਹੋਏ ਪੁਰਾਤਨ ਪਹਿਲਾਂ ਤੋਂ ਲੈ ਕੇ ਉਹਨਾਂ ਨੇ ਜਲ ਦੀ ਸੇਵਾ ਹੀ ਬਹੁਤੀ ਕਰੀ। ਭਾਈ ਕਨਈਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੇਵਾ ਕਰੀ। ਕੰਮੋ ਮਾਸ਼ਕੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਆਪਣੇ ਘਰ ਵਿੱਚ ਰੱਖਣ ਵਾਲਾ, ਉਹ ਵੀ ਇਹਨਾਂ ਇਸੇ ਬਰਾਦਰੀ ਵਿੱਚੋਂ, ਮਹਿਰਾ ਬਰਾਦਰੀ ਵਿੱਚ ਹੋਇਆ। ਤੇ ਨੂਰਾ ਮਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਏ ਕੱਲੇ ਰਾਏਕੋਟ ਦੀ ਧਰਤੀ ਉੱਤੇ ਬੈਠੇ ਨੇ, ਤੇ ਪਤਾ ਲਿਆਉਣ ਵਾਲਾ ਜਿਹੜਾ ਉਹ ਮੱਝਾਂ ਦਾ ਪਾਲੀ, ਉਹਨੇ ਵੀ ਲਿਆ ਕੇ ਗੁਰੂ ਜੀ ਦੀ ਖਬਰ ਜਿਹੜੀ ਉਹ ਸਾਹਿਬਜ਼ਾਦਿਆਂ ਦੀ ਦੱਸ ਕੇ ਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਕਹਿਣ ਤੋਂ ਭਾਵ ਜਿਹੋ ਜਿਹੋ ਜੀ ਕਿਸੇ ਦੀ ਸੇਵਾ ਭਾਵਨਾ ਚੰਗੀ ਲੱਗਦੀ, ਉਹੋ ਜੀ ਸੇਵਾ। ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਇੱਕ ਖੱਤਰੀਆਂ ਦਾ ਮੁੰਡਾ ਆ ਕੇ ਉਹਨੇ ਅਰਜ਼ ਕਰੀ, ਸੱਚੇ ਪਾਤਸ਼ਾਹ ਮੈਨੂੰ ਕੋਈ ਸੇਵਾ ਮੇਰੀ ਝੋਲੀ ਵਿੱਚ ਪਾ ਦਿਓ। ਗੁਰੂ ਜੀ ਕਹਿਣ ਲੱਗੇ, ਉਹ ਕਰੀ, ਅੰਮ੍ਰਿਤ ਵੇਲੇ ਉੱਠ ਕੇ ਤੜਕੇ ਵਗਦੇ ਦਰਿਆ ਵਿੱਚ ਇਸ਼ਨਾਨ ਕਰੀ, ਫਿਰ ਤੂੰ ਨਿਤਨੇਮ ਕਰੀ ਤੇ ਸਭਾ ਸਰੂਪ ਦੇ ਧਿਆਨ ਵਿੱਚ ਮਗਨ ਹੋ ਕੇ ਬੈਠ ਜੀ। ਇਸ ਤਰ੍ਹਾਂ ਚੌਂਕੜਾ ਮਾਰ ਲਈ, ਤੇ ਜਦੋਂ ਤੂੰ ਨਿਤਨੇਮ ਕਰਕੇ ਹਟਿਆ, ਆਪਣੇ ਮਗਨ ਧਿਆਨ ਦੇ ਵਿੱਚ ਜੁੜ ਕੇ ਹਟਿਆ, ਉਦੋਂ ਬਾਅਦ ਤੇਰੀ ਸੇਵਾ ਤੇਰੇ ਸਾਹਮਣੇ ਆਪਣੇ ਆ ਜੂਗੀ। ਤੇ ਉਹ ਜਦੋਂ ਨਿਤਨੇਮ ਕਰਕੇ ਹਟਿਆ, ਧਿਆਨ ਧਰਿਆ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦੇਖਦਾ, ਲੰਗਰ ਵਿੱਚ ਲੰਗਰੀ ਵੀ ਬਹੁਤੇ ਨੇ, ਬਣਾਉਣ ਵਾਲੇ ਬਹੁਤ ਨੇ, ਵਰਤਾਉਣ ਵਾਲੇ ਬਹੁਤ ਨੇ, ਕੀਰਤਨ ਕਰਨ ਵਾਲੇ ਬਹੁਤ ਨੇ, ਕੀਰਤਨ ਸੁਣਨ ਵਾਲੇ ਬਹੁਤ ਨੇ, ਰਾਗੀ ਬਹੁਤ ਨੇ, ਸਾਜ਼ ਵਜਾਉਣ ਵਾਲੇ ਬਹੁਤ ਨੇ। ਸਾਰੇ ਪਾਸੇ ਨਿਗਾਹ ਮਾਰੀ, ਮੈਨੂੰ ਇੱਕ ਸੇਵਾ ਦੀ ਘਾਟ ਲੱਗਦੀ ਆ। ਉਹ ਕਿਹੜੀ? ਜੋ ਭਗਤ ਪੂਰਨ ਸਿੰਘ ਨੇ ਆਪਣੀ ਝੋਲੀ ਵਿੱਚ ਪਾਈ। ਮੈਨੂੰ ਉਹ ਲੱਗਦਾ ਜਿਹੜੇ ਕੋੜੀ ਨੇ ਵਿਚਾਰੇ, ਪਿੰਗਲੇ ਨੇ, ਆਨੰਦਪੁਰ ਦੀਆਂ ਗਲੀਆਂ ਵਿੱਚ ਬੈਠੇ ਨੇ, ਉਹਨਾਂ ਨੂੰ ਲਿਆਉਣ ਵਾਲਾ ਕੋਈ ਨਹੀਂ ਹੈ। ਤੇ ਬਸ ਉੱਠਿਆ ਤੇ ਜਾ ਕੇ ਕੋੜੀ ਪੁਰਸ਼ਾਂ ਨੂੰ ਭਾਲਦਾ, ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ, ਉਹਨਾਂ ਨੂੰ ਆਪਣੇ ਮੋਢੇ ਉੱਤੇ ਚੁੱਕ ਲੈਂਦਾ, ਲਿਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਜਿਹੜਾ ਉਹਨਾਂ ਨੂੰ ਭਰਤੀ ਕਰ ਦਿੰਦਾ। ਲਓ ਮੈਂ ਤੁਹਾਨੂੰ ਹਸਪਤਾਲ ਦੇ ਵਿੱਚ ਲਿਆਂਦਾ, ਵੱਡੇ ਵਿੱਚ ਲਿਆਂਦਾ, ਜਿੱਥੋਂ ਅੱਜ ਤੱਕ ਕੋਈ ਵੀ ਨਿਰਾਸ਼ਾ ਨਹੀਂ ਮੁੜਿਆ। ਹੁਣ ਦਵਾਈ ਤੁਸੀਂ ਲੈਣੀ ਹੈ ਭਾਵਨਾ ਅਨੁਸਾਰ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ ਜਿਹੜੀ ਅੱਜ ਭਿਆਨਕ ਬਿਮਾਰੀ ਦਾ ਰੂਪ ਦਿੱਤਾ ਹੋਇਆ ਹੈ। ਲੋਕਾਂ ਨੂੰ ਡਰਾ ਕੇ ਮੈਨੂੰ ਲੱਗਦਾ ਬਿਮਾਰੀ ਘੱਟ ਮਾਰੂ, ਭੁੱਖ ਮਾਰੀ ਲੋਕਾਂ ਨੂੰ ਬਹੁਤੀ ਮਾਰ ਦੂਗੀ। ਜੇ ਕਿਤੇ ਕੋਈ 4 ਬੰਦੇ ਇਕੱਠੇ ਹੋ ਕੇ ਧਰਨਾ ਲਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਪੁਲਿਸ ਡੰਡਾ ਭਰਾ ਕੇ ਬੰਨ੍ਹ ਕੇ ਉਹਨਾਂ ਨੂੰ ਥਾਣੇ ਲੈ ਜਾਂਦੀ ਹੈ। ਪਰ ਹੁਣ ਤਾਂ ਦੇਖੋ ਅੰਤ ਹੋ ਗਿਆ ਦੁਨੀਆ ਦਾ, ਅੰਤ ਐਨ। ਇਸ ਕਰਕੇ ਇਦੋਂ ਬਾਅਦ ਤਾਂ ਫਿਰ ਹੁਣ ਮਹਾਰਾਜ ਜੀ ਕਹਿੰਦੇ ਜਬ ਜਬ ਹੋਏ ਧਰਮ ਗਲਾਨੀ ਤਬ ਧਰ ਆਏ ਅਵਤਾਰ ਮਹਾਨੀ। ਹੁਣ ਤਾਂ ਕਿਸੇ ਨਾ ਕਿਸੇ ਬਲੀ ਪੁਰਸ਼ ਨੂੰ ਇਸੇ ਨੂੰ ਆਉਣਾ ਪਊਗਾ ਜਿਹੜਾ ਆ ਕੇ ਅੱਜ ਜਿੱਥੇ ਇੰਨੀ ਅੱਗ ਮਚ ਰਹੀ ਹੈ ਉਹਨੂੰ ਸ਼ਾਂਤ ਕਰਨ ਵਾਸਤੇ, ਜਿਵੇਂ ਪਿੱਛੇ ਜੇ ਅਮਰੀਕਾ ਦੇ ਜੰਗਲਾਂ ਨੂੰ ਅੱਗ ਲੱਗ ਗਈ, ਸਾਰੀ ਸਾਇੰਸ ਨੇ ਬੜਾ ਜ਼ੋਰ ਲਾ ਲਿਆ, ਜਹਾਜ਼ ਵੀ ਭੇਜ ਦਿੱਤੇ ਥਾਂ ਥਾਂ ਤੇ ਬਈ ਉਸ ਜਿਹੜਾ ਅਮਰੀਕਾ ਦੇ ਜੰਗਲਾਂ ਨੂੰ ਅੱਗ ਲੱਗੀ ਹੈ ਤੁਸੀਂ ਜਾ ਕੇ ਬੁਝਾਓ। ਪਾਣੀ ਦਾ ਬੜਾ ਪ੍ਰਬੰਧ ਕਰਿਆ ਗਿਆ, ਸਾਇੰਸ ਕੋਲੇ ਬੜਾ ਕੁਝ ਹੈ, ਪਰ ਨਾ ਉਹ ਅੱਗ ਬੁਝੀ। ਦਰਖਤਾਂ ਦੇ ਦਰਖਤ ਮੱਚਦੇ ਗਏ, ਜਾਨਵਰ ਮੱਚਦੇ ਗਏ, ਪਰ ਪਰਮਾਤਮਾ ਨੇ ਕੇਵਲ 5-7 ਮਿੰਟਾਂ ਵਾਸਤੇ ਇਹੋ ਜਿਹਾ ਬੱਦਲ ਆਇਆ, ਮੀਂਹ ਆਇਆ ਤੇ ਸਾਰੀ ਦੀ ਸਾਰੀ ਅੱਗ ਬੁਝਾ ਦਿੱਤੀ। ਅੱਜ ਦਵਾਈਆਂ ਦਾ ਜ਼ੋਰ ਲੱਗਿਆ ਪਿਆ, ਪਰ ਜਦੋਂ ਕਿਤੇ ਪਰਮਾਤਮਾ ਦੀ ਨਿਗਾਹ ਸਿੱਧੀ ਹੋ ਗਈ, ਸਵੱਲੀ ਹੋ ਗਈ, ਫਿਰ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਸਾਰੀਆਂ ਦੂਰ ਹੋ ਜਾਣਗੀਆਂ। ਕਦੋਂ? ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਜੁੜਾਂਗੇ। ਆ ਕਿ ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਹਿਜ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬਨੀਆਂ ਸ਼ਬਦ ਗਾਵਣਿਆ। ਸਭ ਤੋਤਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਬੈ ਨਾਨਕ ਨੰਦ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਧਾਰੋ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗਲਾ ਸਮਰਥ ਸੁਆਮੀ ਸੋਕ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰੋਵਰਨਾਲੇ। ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਤੇਰਾ ਸਭ ਕੁਛ ਹੈ ਜਿਸੇ ਸੋ ਪਾਵੇ। ਸਾਧ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਰੇ। ਨਾਨਕ ਮਨ ਵਸਿਆ ਬਾਜੇ ਸ਼ਬਦ ਕਨੇਰੇ। ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਮੇਰਾ ਆਧਾਰੋ ਰਾਤ ਨਾਮ ਆਧਾਰ ਮੇਰਾ ਜਿਨ ਭੁਖਾਂ ਦਾ ਭਗਵਾਨ। ਕਰ ਜਾਦ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆ। ਗੁਰਬਾਨ ਗੀਤਾ ਗੁਰ ਵਿਟੋ ਦੇਨੀ ਹੈ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਨਾਮ ਮੇਰਾ ਆਧਾਰੋ ਅਜ ਪੰਜ ਸ਼ਬਦ ਜਿਤ ਕਰ ਬਗੈ। ਅਜ ਬਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਤੂੰ ਤੁਧ ਵਸਰ ਜਿਤੇ ਕਾਲ ਗੰਡਕ ਮਾਰਿਆ। ਤੁਧ ਕਰਮ ਪਾਇਆ ਤੂੰ ਜਿਨ ਕੋ ਸੇ ਨਾ ਮਰ ਕਹਿ ਲਾਗੇ। ਨਾਨਕ ਦਾਸ ਕੋ ਆਦਿਤ ਕਰ ਅਨਾਦ ਬਾਜੀ। ਨਾਮ ਸੁਨੋ ਮਿਲ ਭਾਗਿਓ ਸਗਲ ਮਨੋਰਥ ਪੂਰੇ। ਪ੍ਰਪਾਇਆ ਉਤਰੇ ਸਗਲ ਬਦੂਰੇ। ਸੰਤਾ ਉਤਰੇ ਸੁਣੀ ਸਤੀ ਬਾਣੀ। ਅੰਗ ਸਾਜਨ ਪੈ ਕਰਤੇ ਪੂਰੇ ਗੁਰ ਤੇ ਜਾਣੀ। ਸੁਣਤੇ ਮਿਲ ਕਰਦੇ ਸਤਿਗੁਰ ਆ ਭਰਪੂਰੇ। ਨਾਨ ਗੁਰ ਚਰਨ ਲਾਗੇ ਬਾਜੇ ਆਦ ਪੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।